ਪੰਜਾਬੀ ਕਾ ਵੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਮੈਂ ਤੁਹਾਨੂੰ ਇੱਕ ਐਸੇ ਹੀ ਅਚੇਚੇ ਪ੍ਰਾਹੁਣੇ ਨਾਲ ਮਿਲਾ ਰਿਹਾ ਵਾਂ। ਇਸ ਤੋਂ ਪਹਿਲਾਂ ਬਹੁਤ ਵੀਡੀਓ ਤੁਸੀਂ ਵੇਖੀਆਂ ਹੋਣਗੀਆਂ ਕਿ ਆਓ ਤੁਹਾਨੂੰ ਕਿਸੇ ਕਾਮਯਾਬ ਬੰਦੇ ਨਾਲ ਮਿਲਾਨੇ। ਮੈਂ ਵੀ ਤੁਹਾਨੂੰ ਬਹੁਤ ਸਾਰੀਆਂ ਸ਼ਖਸੀਅਤਾਂ ਨਾਲ ਮਿਲਾਇਆ ਹੋਏਗਾ, ਲੇਕਿਨ ਅੱਜ ਜਿਸ ਕਾਮਯਾਬ ਬੰਦੇ ਨਾਲ ਮਿਲਾਉਣ ਲਈ ਮੈਂ ਉਹਨਾਂ ਦੇ ਪਿੰਡ ਆਇਆ ਬੈਠਾ 7910 ਆਰ ਖਾਨੇਵਾਲ। ਤੇ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਬੈਠੇ ਹੋਏ ਆ, ਬਹੁਤ ਸਾਰੇ ਲੋਕ ਇਹਨਾਂ ਨੂੰ ਜਾਣਦੇ ਨੇ, ਇਹਨਾਂ ਦੇ ਲਫ਼ਜ਼ਾਂ ਨਾਲ, ਇਹਨਾਂ ਦੀਆਂ ਗੱਲਾਂ ਨਾਲ ਬੜੀਆਂ ਜ਼ਿੰਦਗੀਆਂ ਬਦਲੀਆਂ ਨੇ। ਔਰ ਮੈਂ ਜਿਸ ਤੋਂ ਇਹਨਾਂ ਦੇ ਕੋਲ ਖ਼ਾਸ ਤੌਰ 'ਤੇ ਆਇਆ ਵਾਂ ਉਹਦੀ ਇੱਕ ਵਜ੍ਹਾ ਹੈ ਕਿ ਜਿਹੜਾ ਕੰਮ ਕਹਿੰਦੇ ਨੇ ਉਹ ਖੁਦ ਵੀ ਕਰਦੇ ਨੇ। ਔਰ ਪਾਕਿਸਤਾਨ ਦੇ ਵਿੱਚ ਇੱਕ ਸਨਅਤੀ ਇਨਕਲਾਬ ਲਿਆਉਣ ਲਈ ਇਹ ਦਿਨ ਰਾਤ ਇੱਕ ਕੀਤੀ ਬੈਠੇ ਨੇ। ਕਾਰੋਬਾਰ ਪੜ੍ਹਨ ਅਤੇ ਪੜ੍ਹਾਉਣ ਵਾਲੇ ਬੰਦਿਆਂ ਲਈ ਖ਼ਾਸ ਤੌਰ 'ਤੇ ਵੀਡੀਓ ਵੇਖਣੀ ਬੜੀ ਜ਼ਰੂਰੀ ਹੈ। ਮੇਰੀ ਮੁਰਾਦ ਹੈ ਅੱਜ ਤੁਹਾਡੀ ਮੁਲਾਕਾਤ ਕਰਾਉਣੀ ਜਿਸ ਸ਼ਖਸੀਅਤ ਨਾਲ, ਉਹਨਾਂ ਦਾ ਨਾਮ ਹੈ ਸ਼ਾਹਿਦ ਹੁਸੈਨ ਜੋਈਆ। ਮੈਂ ਸ਼ਾਹਿਦ ਹੁਸੈਨ ਜੋਈਆ ਸਾਹਿਬ ਨੂੰ ਜੀ ਆਇਆਂ ਨੂੰ ਆਖਣਾ ਪੰਜਾਬੀ ਕਾ ਵੱਲੋਂ। ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣਾ ਚਾਹਾਂਗਾ ਕਿ ਜਿਹੜਾ ਇਹ ਕੰਮ ਅੱਜ ਕੱਲ੍ਹ ਕਰਦੇ ਪਏ ਨੇ ਔਰ YouTube 'ਤੇ ਲੱਖਾਂ ਲੋਕਾਂ ਤੱਕ ਉਸ ਕੰਮ ਨੂੰ ਪਸੰਦ ਕੀਤਾ ਜਾ ਰਿਹਾ, ਉਹਦੇ ਨਾਲ ਲੋਕ ਆਪਣੀਆਂ ਜ਼ਿੰਦਗੀਆਂ ਬਦਲ ਰਹੇ ਨੇ। ਅਤੇ ਇਹ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਇਹਨਾਂ ਨੇ ਛੋਟੀਆਂ ਫੈਕਟਰੀਆਂ ਬਣਾਈਆਂ ਇਸ ਪਿੰਡ ਦੇ ਵਿੱਚ ਔਰ ਕਿਵੇਂ ਉਹ ਫੈਕਟਰੀਆਂ ਲੋਕਾਂ ਨੂੰ ਪਸੰਦ ਆਈਆਂ, ਉਹ ਅੱਗੋਂ ਚਲਾ ਰਹੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਬਦਲ ਰਹੀਆਂ ਨੇ। ਔਰ ਇਹ ਜਦੋਂ ਤੁਹਾਨੂੰ ਦੱਸਣਗੇ ਸ਼ਾਇਦ ਤੁਹਾਨੂੰ ਯਕੀਨ ਨਾ ਆਵੇ, ਲੇਕਿਨ ਤੁਹਾਨੂੰ ਫਿਰ ਨਾਲ ਵਿਖਾਵਾਂਗਾ ਵੀ। ਔਰ ਉਹਦੀ ਤਸਦੀਕ ਲਈ ਤੁਸੀਂ YouTube 'ਤੇ ਪਈਆਂ ਹੋਈਆਂ ਬਹੁਤ ਸਾਰੀਆਂ ਕਾਮਯਾਬੀ ਦੀਆਂ ਮਿਸਾਲਾਂ ਵੇਖ ਸਕਦੇ ਹੋ। ਅਤੇ ਜੋ ਇਹ ਸਭ ਮੈਂ ਚਾਹੁੰਦਾ ਕਿ ਜਿਹੜੇ ਪੰਜਾਬੀ ਮੇਰੇ ਨਾਲ ਜੁੜੇ ਨੇ ਦੁਨੀਆ ਭਰ 'ਚੋਂ, ਉਹ ਵੀ ਇਸ ਗੱਲ ਨੂੰ ਸਮਝਣਾ ਚਾਹੁੰਦੇ ਨੇ ਕਿ ਹਰ ਨੌਜਵਾਨ ਨੌਕਰੀ ਲੱਭਦਾ ਫਿਰਦਾ ਹੈ, ਜਦੋਂ ਕਿ ਤੁਹਾਡੀ ਜ਼ਿੰਦਗੀ ਦਾ ਫਲਸਫਾ ਤੁਸੀਂ ਸਾਬਤ ਵੀ ਕੀਤਾ ਹੈ ਕਿ ਕਾਰੋਬਾਰ 'ਚ ਜ਼ਿਆਦਾ ਤਰੱਕੀ ਹੈ। ਕਾਰੋਬਾਰ ਥੋੜ੍ਹੇ ਪੈਸੇ ਨਾਲ ਸ਼ੁਰੂ ਹੋ ਜਾਂਦਾ ਹੈ, ਕਾਰੋਬਾਰ ਦੇ ਵਿੱਚ ਛੇਤੀ ਬੰਦਾ ਕਾਮਯਾਬ ਹੋ ਜਾਂਦਾ ਹੈ। ਅਤੇ ਇਹ ਤੁਸੀਂ ਕਿਸ ਤਰ੍ਹਾਂ ਦੱਸਣਾ ਚਾਹੋਗੇ ਨਵੀਂ ਪੀੜ੍ਹੀ ਨੂੰ ਕਿ ਨੌਕਰੀ ਨਾਲੋਂ ਕਾਰੋਬਾਰ ਚੰਗਾ ਹੁੰਦਾ ਹੈ? ਸਭ ਤੋਂ ਪਹਿਲੇ ਤਾਂ ਜੀ ਤੁਹਾਡੀਆਂ ਮੁਹੱਬਤਾਂ ਅਤੇ ਚਾਹਤਾਂ ਦਾ ਸ਼ੁਕਰੀਆ, ਤੁਸੀਂ ਤਸ਼ਰੀਫ ਲਿਆਏ ਇਤਨੀ ਠੰਡ ਦੇ ਵਿੱਚ। ਬੇਸਿਕਲੀ ਮੈਂ ਪੰਜਾਬੀ ਫੈਮਿਲੀ ਤੋਂ ਬਿਲੋਂਗ ਕਰਦਾ ਅਤੇ ਪੰਜਾਬੀ ਜਿਹੜੀ ਨਾ ਉਹ ਬੋਲਦੀ ਵੀ ਬਹੁਤ ਆ। ਨੌਕਰੀ ਇੱਕ ਘਰ ਨੂੰ ਤਾਂ ਚਲਾ ਸਕਦੀ ਹੈ, ਲੇਕਿਨ ਖਾਨਦਾਨ ਨਹੀਂ ਪਾਲ ਸਕਦੀ। ਨੌਕਰੀ ਪੇਸ਼ਾ ਬੰਦਾ ਕਦੇ ਵੀ ਆਪਣੀ ਸੀਟ ਤੇ ਆਪਣੀ ਔਲਾਦ ਨੂੰ ਨਹੀਂ ਬਿਠਾ ਸਕਦਾ। ਕੋਈ ਬੰਦਾ 25 ਸਾਲ ਨੌਕਰੀ ਕਰੇ ਤੇ 25 ਸਾਲ ਤੋਂ ਬਾਅਦ ਉਹਦੇ ਪੁੱਤਰ ਨੇ ਜ਼ੀਰੋ ਤੋਂ ਹੀ ਸ਼ੁਰੂ ਕਰਨਾ ਹੈ। ਬਿਲਕੁਲ ਸਹੀ। ਜਦ ਕਿ ਕਾਰੋਬਾਰ ਕਰਨ ਵਾਲਾ ਬੰਦਾ 20 ਸਾਲ ਕਾਰੋਬਾਰ ਕਰੇ ਜਾਂ 25 ਸਾਲ ਕਾਰੋਬਾਰ ਕਰੇ ਤੇ ਉਹਦੀ ਔਲਾਦ ਨੇ ਉੱਥੋਂ ਅੱਗੇ ਲੈ ਕੇ ਜਾਣਾ ਹੈ, ਉਹਨੂੰ ਜ਼ੀਰੋ ਤੋਂ ਸ਼ੁਰੂ ਕਰਨ ਦੀ ਜ਼ਰੂਰਤ ਨਹੀਂ। ਉਹਦੀ ਔਲਾਦ 20 ਸਾਲ ਤੋਂ ਬਿਜ਼ਨਸ ਸਿੱਖ ਰਹੀ ਹੁੰਦੀ ਹੈ। ਤਰੱਕੀ ਔਰ ਉਠਾਨ ਹਮੇਸ਼ਾ ਕਾਰੋਬਾਰ 'ਚ ਹੈ, ਨੌਕਰੀ ਦੇ ਵਿੱਚ ਨਹੀਂ। ਨਵੇਂ ਬੰਦਿਆਂ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਤ ਹੋ ਸਕਦੀਆਂ ਨੇ। ਮੇਰਾ ਮੰਨਣਾ ਇਹ ਹੈ ਕਿ ਜਿਹੜੇ ਬੰਦੇ ਅੱਜ ਕਾਰੋਬਾਰ ਸ਼ੁਰੂ ਕਰਨਗੇ ਔਰ ਪਹਿਲੀ ਵਾਰੀ ਕਰਨਗੇ, ਉਹ ਸ਼ਾਇਦ ਬਹੁਤ ਜ਼ਿਆਦਾ ਪੈਸਾ ਨਾ ਕਮਾ ਸਕਣ। ਹੋ ਸਕਦਾ ਉਹ ਆਪਣਾ ਕਿਚਨ ਹੀ ਬਮੁਸ਼ਕਿਲ ਚਲਾ ਪਾਉਣ। ਲੇਕਿਨ ਕਾਰੋਬਾਰੀ ਬੰਦਾ ਜਦੋਂ ਕਾਰੋਬਾਰ ਕਰਦਾ ਹੈ ਤੇ ਉਹਦੇ ਘਰ ਦੇ ਵਿੱਚ ਜਮ੍ਹਾਂ ਤਫਰੀਕ, ਨਫੇ ਔਰ ਨੁਕਸਾਨ ਦੀਆਂ ਗੱਲਾਂ ਹੁੰਦੀਆਂ ਨੇ। ਬਿਲਕੁਲ ਸਹੀ। ਔਰ ਬੱਚੇ ਇਸ ਨਫਾ ਨੁਕਸਾਨ ਨੂੰ ਬੜੀ ਜਲਦੀ ਸਮਝਣ ਲੱਗ ਜਾਂਦੇ ਨੇ। ਇਹ ਕਾਰੋਬਾਰ ਸ਼ਾਇਦ ਤੁਸੀਂ ਬਹੁਤ ਜ਼ਿਆਦਾ ਨਾ ਬੜਾ ਪਾਓ ਜਾਂ ਅਸੀਂ ਬਹੁਤ ਜ਼ਿਆਦਾ ਨਾ ਬੜਾ ਪਾਈਏ, ਲੇਕਿਨ ਜਿਹੜੇ ਸਾਡੀ ਨਵੀਂ ਜਨਰੇਸ਼ਨ ਇਹ ਸਿੱਖ ਰਹੀ ਹੈ ਇਹਨਾਂ ਚੀਜ਼ਾਂ ਨੂੰ, ਇਹ ਇਹਨੂੰ ਬਹੁਤ ਅੱਗੇ ਲੈ ਕੇ ਜਾਏਗੀ। ਬਿਲਕੁਲ ਸਹੀ। ਜਦੋਂ ਪਾਕਿਸਤਾਨ ਤੇ ਇੰਡੀਆ ਵੱਖ ਹੋਇਆ ਸੀ ਤੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਮੁਹਾਜਰ ਨੇ, ਯਾਨੀ ਮਾਈਗ੍ਰੇਟ ਕਰਕੇ ਆਏ ਸਨ। ਆਪਣੇ ਕਾਰੋਬਾਰ, ਆਪਣੀਆਂ ਜ਼ਮੀਨਾਂ, ਜਾਇਦਾਦਾਂ, ਢੋਰ ਡੰਗਰ ਸਾਰਾ ਕੁਝ ਉੱਥੇ ਛੱਡ ਕੇ ਆ ਗਏ। ਇੱਥੇ ਆ ਕੇ ਉਹਨਾਂ ਨੂੰ ਨੌਕਰੀਆਂ ਜਾਂ ਕਾਰੋਬਾਰ ਨਾ ਮਿਲੇ, ਉਹਦੀ ਵਜ੍ਹਾ ਤੋਂ ਬੜਾ ਕ੍ਰਾਈਸਿਸ ਦਾ ਸ਼ਿਕਾਰ ਰਹੇ। ਇਸੇ ਵਜ੍ਹਾ ਤੋਂ ਸਾਡੇ ਜਿਹੜੇ ਕਾਰੋਬਾਰੀ ਫੈਮਲੀਜ਼ ਨੇ ਉਹਨਾਂ ਦੀ ਤਾਦਾਦ ਵੀ ਘੱਟ ਰਹੀ। ਲੇਕਿਨ ਆਪਾਂ ਉਹ ਨਸਲ ਹਾਂ ਜਾਂ ਆਪਾਂ ਉਹ ਲੋਕ ਹਾਂ ਜਿਹੜੇ ਬੜੀ ਜਲਦੀ ਚੀਜ਼ਾਂ ਨੂੰ ਪਿਕ ਕਰ ਲੈਂਦੇ ਹਾਂ ਔਰ ਬੜੀ ਜਲਦੀ ਆਪਣੇ ਕਾਰੋਬਾਰ ਨੂੰ ਅੱਗੇ ਲੈ ਕੇ ਜਾ ਸਕਦੇ ਹਾਂ। ਮੈਂ ਇੰਨੀ ਸ਼ਾਹਿਦ ਹਾਂ, 10,000 ਤੋਂ ਜ਼ਿਆਦਾ ਮਾਈਕਰੋ ਫੈਕਟਰੀਜ਼ ਮੈਂ ਲਵਾ ਚੁੱਕਿਆ ਹਾਂ। ਅਲਹਮਦੁਲਿਲਾ 65% ਦੇ ਕਰੀਬ ਐਸੇ ਲੋਕ ਨੇ ਜਿਨ੍ਹਾਂ ਨੇ ਆਪਣੇ ਕੰਮ ਨੂੰ ਨਹੀਂ ਛੱਡਿਆ। ਕੁਝ ਮੁਸ਼ਕਿਲਾਤ ਦਾ ਸ਼ਿਕਾਰ ਵੀ ਨੇ, ਕੋਈ ਖੁਦ ਕਰ ਰਹੇ ਨੇ, ਕਿਸੇ ਨੇ ਆਪ ਸ਼ੁਰੂ ਕੀਤਾ ਸੀ, ਫਿਰ ਉਹਨੇ ਬੰਦੇ ਵਧਾਉਂਦੇ ਗਏ, ਅੱਜ 8-8 10-10 ਮੁਲਾਜ਼ਮ ਵੀ ਰੱਖੇ ਹੋਏ ਨੇ। ਜਿਤਨੀ ਜਲਦੀ ਜਾਂ ਜਿਤਨੀ ਤੇਜ਼ੀ ਦੇ ਨਾਲ ਕਾਰੋਬਾਰ ਸਿੱਖਣ ਦੇ ਵਿੱਚ ਪਾਕਿਸਤਾਨੀ ਕੌਮ ਮਾਹਿਰ ਹੈ,
ਮੈਂ ਸਮਝਦਾ ਵਾਂ ਕਿ ਹਰ ਘਰ ਦੇ ਵਿੱਚੋਂ ਇੱਕ ਦੋ ਬੰਦਿਆਂ ਨੂੰ ਕਾਰੋਬਾਰ ਜ਼ਰੂਰ ਕਰਨਾ ਚਾਹੀਦਾ। ਮੈਂ ਅਗਰ ਆਪਣੀ ਮਿਸਾਲ ਦੇਵਾਂ ਕਿ ਮੈਂ ਕਾਰੋਬਾਰ ਕਿਵੇਂ ਸ਼ੁਰੂ ਕੀਤਾ, ਤੇ ਮੈਂ ਜਿਵੇਂ ਥੋੜ੍ਹੀ ਦੇਰ ਪਹਿਲੇ ਤੁਹਾਨੂੰ ਦੱਸ ਰਿਹਾ ਸੀ ਵੀ ਵਾਲਿਦ ਸਾਹਿਬ ਨੇ ਬੜੀ ਸਪੋਰਟ ਕੀਤੀ। ਸਾਰੇ ਤੇ ਕਾਰੋਬਾਰੀ ਨਹੀਂ, ਯਾਨੀ ਮੇਰੇ ਵਾਲਿਦ ਸਾਹਿਬ ਕਾਰੋਬਾਰੀ ਕੋਈ ਨਹੀਂ, ਮੇਰੇ ਚਾਚੇ ਕਾਰੋਬਾਰੀ ਕੋਈ ਨਹੀਂ, ਯਾਨੀ ਸਾਡੀ ਫੈਮਿਲੀ ਦੇ ਵਿੱਚ ਕੋਈ ਨਹੀਂ, ਲੇਕਿਨ ਉਹਨਾਂ ਦੀ ਸਪੋਰਟ ਸਿਰਫ ਇੰਨੀ ਰਹੀ ਕਿ ਪੁੱਤ ਤੂੰ ਕਰ, ਅਸੀਂ ਤੇਰੇ ਕੋਲੋਂ ਕੁਝ ਨਹੀਂ ਲੈਂਦੇ। ਥੋੜਾ ਅਰਸਾ ਇਹ ਕਰਨ ਦੇ ਨਾਲ ਮੈਨੂੰ ਕੀ ਹੋਇਆ ਕਿ ਮੈਨੂੰ ਕੌਨਫੀਡੈਂਸ ਮਿਲ ਗਿਆ ਕਿ ਮੈਂ ਜੋ ਕਰਨਾ ਹੈ, ਜੋ ਕਮਾਉਣਾ ਹੈ, ਇਸੇ ਦੇ ਵਿੱਚ ਲਾਣਾ ਔਰ ਮੈਂ ਇਸ ਨੂੰ ਗਰੋ ਕਰਨਾ ਹੈ। ਅਗਰ ਹਰ ਘਰ ਦੇ ਵਿੱਚ ਵਾਲਿਦ 2 ਪੁੱਤਰ ਨੇ, 3 ਪੁੱਤਰ ਨੇ, 4 ਪੁੱਤਰ ਜਾਂ ਧੀਆਂ ਨੇ, ਉਹਨਾਂ ਧੀਆਂ ਨੂੰ ਔਰ ਪੁੱਤਰਾਂ ਨੂੰ ਕਿਸੇ ਇੱਕ ਦੇ ਉੱਤੇ ਤੇ ਹੱਥ ਰੱਖ ਕੇ ਵੇਖੇ ਕਿ ਚੱਲ ਮੇਰਾ ਬੱਚਾ ਤੂੰ ਕਰ, ਅਸੀਂ ਤੇਰੇ ਨਾਲ ਹਾਂ, ਇਨਸ਼ਾਅੱਲਾ ਉਹ ਇੱਕ ਬੰਦਾ, ਇੱਕ ਬੱਚਾ ਜਾਂ ਇੱਕ ਬੱਚੀ ਪੂਰੇ ਖਾਨਦਾਨ ਦੀ ਕਿਸਮਤ ਬਦਲ ਦੇਗਾ। ਬਿਲਕੁਲ ਸਹੀ। ਮੇਰੀ ਦਾਦੀ ਕਹਿੰਦੀ ਹੁੰਦੀ ਸੀ, ਪੁੱਤਰ ਕੰਮ ਤਾਂ ਕਰਮ ਹੁੰਦੇ ਨੇ। ਉਦੋਂ ਸਮਝ ਨਹੀਂ ਸੀ ਆਉਂਦੀ, ਛੋਟੇ ਹੁੰਦੇ ਸਨ, ਲੇਕਿਨ ਅੱਜ ਸਮਝ ਆਉਂਦੀ ਹੈ ਕਿ ਕੰਮ ਕਰਨ ਵਾਲੇ ਦੇ ਉੱਤੇ ਕਰਮ ਹੋ ਜਾਂਦੇ ਨੇ। ਵਾਹ, ਕੰਮ ਤੇ ਕਰਮ ਹੁੰਦੇ, ਕੰਮ ਤੇ ਕਰਮ ਹੁੰਦੇ। ਵਾਹ 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 ਵਾਹ। ਤੇ ਮੇਰਾ ਮੰਨਣਾ ਇਹੀ ਹੈ ਕਿ ਨੌਕਰੀਆਂ ਦੇ ਵਿੱਚ ਕੁਝ ਨਹੀਂ ਰੱਖਿਆ। ਸਾਡਾ ਜਿਹੜਾ ਤਾਲੀਮੀ ਸਿਸਟਮ ਹੈ ਇਹ ਸਾਨੂੰ ਮੁਲਾਜ਼ਮ ਬਣਾਉਂਦਾ ਹੈ। ਸਾਰਾ ਦਿਨ ਗੱਲ ਹੀ ਇਹ ਹੁੰਦੀ ਹੈ ਨਾ ਜੀ, ਪੜ੍ਹ ਲਿਖ ਕੇ ਨੌਕਰੀ ਚੰਗੀ ਲੱਗ ਜਾਏਗੀ, ਪੜ੍ਹ ਲਿਖ ਕੇ ਕੀ ਕਰੋਗੇ ਫਲਾਣ। ਕਾਰੋਬਾਰ ਨਾ ਪੜ੍ਹਾਇਆ ਜਾਂਦਾ, ਨਾ ਸਿਖਾਇਆ ਜਾਂਦਾ, ਨਾ ਇਹਦੀਆਂ ਗੱਲਾਂ ਔਰ ਬਾਤਾਂ ਸਾਡੇ ਸਕੂਲਾਂ ਜਾਂ ਤਾਲੀਮੀ ਸਿਸਟਮ ਦੇ ਵਿੱਚ ਮੌਜੂਦ ਨੇ। ਅਗਰ ਕਿਸੇ ਜਗ੍ਹਾ ਦੇ ਉੱਤੇ ਮੌਜੂਦ ਵੀ ਨੇ ਤੇ ਉਹ ਇਤਨੀਆਂ ਮਹਿੰਗੀਆਂ ਨੇ ਕਿ ਆਮ ਲੋਕ ਅਫੋਰਡ ਹੀ ਨਹੀਂ ਕਰ ਸਕਦਾ। ਠੀਕ ਗੱਲ। ਤੇ ਇਸ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਆਪ ਨੂੰ ਐਫਰਟਸ ਕਰਨੀਆਂ ਪੈਣੀਆਂ ਨੇ ਕਿ ਯਾਰ ਅਸੀਂ ਆਪਣੀ ਜ਼ਿੰਦਗੀ ਔਰ ਆਪਣੀ ਤਕਦੀਰ ਬਦਲ ਸਕੀਏ। ਸਾਡੇ ਨਿਜ਼ਾਮ ਦੇ ਵਿੱਚ ਇਹ ਗੁੰਜਾਇਸ਼ ਮੌਜੂਦ ਕੋਈ ਨਹੀਂ। ਬਿਲਕੁਲ ਸਹੀ। ਜੋਈਆ ਸਾਹਿਬ, ਅੱਜ ਕੱਲ੍ਹ ਜਿਹੜਾ ਇਹਨਾਂ ਦਾ ਖਾਸ ਹਵਾਲਾ ਚੱਲ ਰਿਹਾ ਪੂਰੀ ਦੁਨੀਆ 'ਚ ਕਿ ਇਹਨਾਂ ਬਿਜ਼ਨਸ ਸਟਾਕਸ ਦੇ ਨਾਂ ਤੋਂ ਕੁਝ ਐਸੇ ਬਿਜ਼ਨਸ ਸੈਂਟਰ ਬਣਾਏ ਨੇ ਜਿੱਥੇ ਛੋਟੀਆਂ-ਛੋਟੀਆਂ ਫੈਕਟਰੀਆਂ ਦੀ ਡੈਮੋ ਵੀ ਹੁੰਦੀ। ਤੁਸੀਂ ਜਾ ਕੇ ਵੇਖ ਸਕਦੇ ਹੋ, ਜਿੱਥੇ ਅਸੀਂ ਬੈਠੇ ਹਾਂ ਇੱਥੋਂ ਸਾਰੀਆਂ ਫੈਕਟਰੀਆਂ ਬਣਦੀਆਂ ਨੇ। ਔਰ ਇਹ ਖਾਨੇਵਾਲ ਦੇ ਇੱਕ ਛੋਟੇ ਜਿਹੇ ਪਿੰਡ 'ਚੋਂ ਕੁਝ 47 ਕਿਸਮ ਦੀਆਂ ਛੋਟੀਆਂ ਫੈਕਟਰੀਆਂ ਬਣ ਕੇ 10 ਜ਼ਿਲ੍ਹਿਆਂ 'ਚ ਜਾਂਦੀਆਂ ਨੇ। ਉੱਥੋਂ ਲੋਕ ਲੈ ਕੇ ਬਾਕੀ ਪਾਕਿਸਤਾਨ 'ਚ ਖਿਲਰ ਜਾਂਦੇ ਨੇ। ਔਰ ਉਹਨਾਂ ਦੇ ਵਿੱਚੋਂ ਕੈਂਚੀ ਚੱਪਲ ਬਣਾਉਣ ਵਾਲੀ ਫੈਕਟਰੀ, ਸ਼ੈਂਪੂ ਬਣਾਉਣ ਵਾਲੀ, ਸਾਬਣ ਬਣਾਉਣ ਵਾਲੀ, ਜੂਸ ਬਣਾਉਣ ਵਾਲੀ। ਔਰ ਤੁਸੀਂ ਵੇਖ ਸਕਦੇ ਹੋ ਜਾ ਕੇ YouTube ਤੇ। ਤੇ ਇਹ ਜਿਸ ਸ਼ਖਸ ਦਾ ਇਹ ਖਾਬ ਸੀ, ਅੱਜ ਮੈਂ ਜਿਹੜੇ ਸੈਂਟਰ 'ਚ ਬੈਠਾ, ਇੱਕ ਪੂਰੀ ਇੱਕ ਯੂਨੀਵਰਸ ਲੱਗਦੀ ਏ। ਇਸ ਸ਼ਖਸੀਅਤ ਨੇ ਸਨ 2000 'ਚ ਇਹ ਕਰਾਚੀ ਹੈਦਰਾਬਾਦ ਵਿੱਚੋਂ ਇੱਕ ਫੈਕਟਰੀ 'ਚ ਝਾੜੂ ਦੇਣ ਦੀ ਨੌਕਰੀ ਤੋਂ ਆਗਾਜ਼ ਕੀਤਾ ਆਪਣੀ ਅਮਲੀ ਜ਼ਿੰਦਗੀ ਦਾ। ਔਰ ਅੱਜ ਇਹ ਪੂਰੀ ਦੁਨੀਆ ਨੂੰ ਕਾਰੋਬਾਰ ਨਾ ਸਿਰਫ ਸਿਖਾ ਰਹੇ ਨੇ, ਬਲਕਿ ਇਹਨਾਂ ਕੋਲ ਸਿੱਖ ਕੇ ਲੋਕ ਕਰਕੇ ਕਮਾ ਰਹੇ ਨੇ ਔਰ ਅੱਗੇ ਫੈਕਟਰੀਆਂ ਲਵਾ ਰਹੇ ਨੇ। ਤੇ ਇਹ ਐਸਾ ਕਾਮਯਾਬੀ ਦਾ ਇੱਕ ਨਮੂਨਾ ਹੈ ਇਹ ਮੇਰਾ ਦੋਸਤ ਤੇ ਸ਼ਖਸ ਕਿ ਜਿਹਨੇ ਕਰਕੇ ਵਿਖਾਇਆ ਹੈ। ਤੇ ਮੈਂ ਇਸ ਤੋਂ ਇਹਨਾਂ ਕੋਲ ਅੱਜ ਆਇਆ ਬੈਠਾ ਸਾਂ ਕਿ ਜਿਹੜਾ ਤੁਸੀਂ ਫੈਕਟਰੀ ਲਵਾਉਂਦੇ ਹੋ ਔਰ ਉਹ ਜਿਹੜੀ ਪ੍ਰੋਡਕਟ ਬਣਾ ਲੈਂਦਾ ਕੋਈ ਪਿੰਡ ਦਾ ਸਾਦਾ ਬੰਦਾ, ਉਹਨੂੰ ਵੇਚਣ ਲਈ ਵੀ ਤੁਸੀਂ ਮਦਦ ਕਰਦੇ ਹੋ ਉਹਦੀ ਕਿ ਕਿਸ ਤਰ੍ਹਾਂ ਵੇਚੇ, ਕਿਉਂਕਿ ਮਾਰਕੀਟਿੰਗ ਪੂਰੀ ਇੱਕ ਸਾਇੰਸ ਹੈ। ਇੱਦਾਂ ਹੈ ਕਿ ਜਿੱਥੇ ਆਪਾਂ ਬੈਠੇ ਹਾਂ ਪਿੰਡ ਦੇ ਵਿੱਚ, ਮੈਂ ਥੋੜ੍ਹੀ ਦੇਰ ਪਹਿਲੇ ਵੀ ਗੱਲ ਕਰ ਰਿਹਾ ਸੀ ਕਿ ਇਹ ਜਗ੍ਹਾ ਸਿਰਫ 35,000 ਰੁਪਏ ਤੋਂ ਸ਼ੁਰੂ ਹੋਈ ਸੀ। ਹਾਂਜੀ, ਦੱਸਿਆ ਤੁਸੀਂ। ਫਿਰ ਉਸ 35,000 ਦੇ ਵਿੱਚੋਂ ਇਹ ਜਗ੍ਹਾ ਖਰੀਦੀ ਵੀ, ਬਣਾਈ ਵੀ, ਇਹ ਨਾਲ ਵਾਲੀ ਜਗ੍ਹਾ ਖਰੀਦੀ, ਫਿਰ ਬਣਾਈ, ਔਰ ਕੋਈ ਲੰਬਾ ਚੌੜਾ ਅਰਸਾ ਨਹੀਂ, 4 ਸਾਲ ਦਾ ਟਾਈਮ ਸਿਰਫ। ਵਾਹ ਵਾਹ। ਤੇ ਇਸ 4 ਸਾਲਾਂ ਦੇ ਵਿੱਚ ਜਿਹੜਾ ਪਹਿਲਾ ਕੰਮ ਸ਼ੁਰੂ ਕੀਤਾ ਸੀ, ਛੋਟੇ ਭਾਈ ਨੂੰ ਸ਼ੁਰੂ ਕਰਵਾਇਆ ਸੀ, ਉਹ ਸੀ ਮੈਨੂਅਲ ਤਰੀਕੇ ਨਾਲ, ਯਾਨੀ ਇੱਕ ਟੱਬ ਦੇ ਵਿੱਚ ਵਾਸ਼ਿੰਗ ਪਾਊਡਰ ਕਿੱਦਾਂ ਬਣਾਈਦਾ। ਅੱਛਾ। ਔਰ ਬਣਾ ਕੇ ਪੈਕਟਾਂ 'ਚ ਪੈਕ ਕਰਕੇ ਇਹਦੇ ਮਾਰਕੀਟ 'ਚ ਕਿਵੇਂ ਵੇਚੀਦਾ। ਇਹ 35,000 ਤੋਂ ਕੰਮ ਸ਼ੁਰੂ ਕੀਤਾ ਸੀ, ਲੇਕਿਨ ਕੀਤਾ ਕੀ ਕਿ ਜੋ ਕਰਦਾ ਸਾਂ ਡੇਲੀ ਬੇਸਿਸ ਤੇ ਉਹਦੀਆਂ ਵੀਡੀਓਜ਼ ਬਣਾ ਛੱਡਦਾ ਸਾਂ ਤਾਂ ਕਿ 2 ਚੀਜ਼ਾਂ ਹੋਣ ਕਿ ਲੋਕ ਇਹ ਦੇਖ ਸਕਣ ਕਿ ਸਿੱਖ ਸਕਣ ਅਗਰ ਕਿਸੇ ਨੇ ਇਹ ਕਾਰੋਬਾਰ ਕਰਨਾ ਹੈ ਤੇ ਉਹ ਕਿੱਦਾਂ ਕੀਤਾ ਜਾ ਸਕਦਾ ਹੈ, ਔਰ ਨਾਲ ਇਹ ਵੀ ਦੇਖਣ ਕਿ 35,000 ਨਾਲ ਸ਼ੁਰੂ ਹੋਇਆ ਕਾਰੋਬਾਰ ਜਿਹੜਾ ਹੈ ਉਹ ਕਿਤਨੀ ਕੁ ਤਰੱਕੀ ਕਰ ਸਕਦਾ ਹੈ। ਤੇ ਲੋਕਾਂ ਨੇ ਅਲਹਮਦੁਲਿਲਾ ਵੇਖਿਆ ਵੀ ਔਰ ਸਿੱਖਿਆ ਵੀ ਕਿ ਵਾਸ਼ਿੰਗ ਪਾਊਡਰ ਦਾ ਕੰਮ ਕਿੱਦਾਂ ਹੋ ਸਕਦਾ ਹੈ ਔਰ ਕਿੱਦਾਂ ਇਹ ਗਰੋ ਕਰ ਸਕਦਾ ਹੈ। ਔਰ ਅੱਜ 4 ਸਾਲਾਂ ਦੇ ਬਾਅਦ ਇਸ ਕਾਰੋਬਾਰ ਨੂੰ ਅੱਲਾਹ ਤਾਲਾ ਨੇ ਕਿੰਨੀ ਬਰਕਤ ਪਾਈ। ਫਿਰ ਇਹ ਤੇ ਸੀ ਇੱਕ ਕੰਮ ਜਿਹਦੀ ਸ਼ੁਰੂਆਤ ਕੀਤੀ ਤੇ ਇਹਦੇ ਨਾਲ ਫਿਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਚਲੀਆਂ ਗਈਆਂ। ਕੁਝ ਦੇਖਣ ਵਾਲੇ ਚਾਹਣ ਵਾਲਿਆਂ ਦੀਆਂ ਡਿਮਾਂਡ ਸਨ ਔਰ ਕੁਝ ਆਪਣੀ ਚਾਹਤ ਸੀ ਕਿ ਕੁਝ ਨਵੀਆਂ ਚੀਜ਼ਾਂ ਵੀ ਸ਼ੁਰੂ ਕੀਤੀਆਂ ਜਾਣ। ਕੁਝ ਚੀਜ਼ਾਂ ਦੇ ਨਾਮ ਜਿਹੜੀਆਂ ਜ਼ਿਆਦਾ ਰੈਗੂਲਰ ਨੇ ਉਹ ਮੈਨੂੰ ਯਾਦ ਨੇ ਔਰ ਕੁਝ ਐਸੀਆਂ ਨੇ ਸ਼ਾਇਦ ਮੈਂ ਭੁੱਲ ਵੀ ਜਾਵਾਂ। ਮਿਸਾਲ ਦੇ ਤੌਰ ਤੇ ਇੱਕ ਮੇਰਾ ਜਿਹੜਾ ਸਲੋਗਨ ਹੈ ਜਾਂ ਜਿਹੜਾ ਮੇਰਾ ਮਾਟੋ ਹੈ ਜਾਂ ਨਾਰਾ ਹੈ ਉਹ ਇਹ ਹੈ ਕਿ ਇੱਕ ਕਮਰੇ ਦੇ ਵਿੱਚ ਵੀ ਫੈਕਟਰੀ ਲਾਈ ਜਾ ਸਕਦੀ ਹੈ। ਤੇ ਮੈਂ ਕਹਿੰਦਾ ਜੀ ਇੱਕ ਕਮਰੇ ਦੀ ਜੂਸ ਫੈਕਟਰੀ ਕਿਸੇ ਵੀ ਦੋਸਤ ਭਾਈ ਨੇ ਲਾਣੀ ਹੋਵੇ, ਸਿੱਖਣੀ ਹੋਵੇ, ਚਲਾਣੀ ਹੋਵੇ, ਡੈਮੋ ਟ੍ਰੇਨਿੰਗ ਲੈਣੀ ਹੋਵੇ,
ਮਾਲੂਮਾਤ ਲੈਣੀਆਂ ਹੋਣ, ਉਹ ਪਾਕਿਸਤਾਨ ਦੇ 10 ਸ਼ਹਿਰਾਂ ਦੇ ਵਿੱਚ ਇਸ ਟਾਈਮ ਸੈਂਟਰ ਮੌਜੂਦ ਨੇ। ਜਾਣ, ਦੇਖਣ, ਸਿੱਖਣ, ਮਾਲੂਮਾਤ ਲੈਣ, ਸਮਝ ਆਏ ਤੇ ਕਰ ਲੈਣ, ਨਾ ਸਮਝ ਆਏ ਤੇ ਨਾ ਕਰਨ। ਇਹਦੀ ਸਿੱਖਣ ਦੀ, ਇੱਥੇ ਰਹਿਣ ਦੀ, ਖਾਣ ਪੀਣ ਦੀ ਕੋਈ ਫੀਸ ਨਹੀਂ, ਇਹ ਫ੍ਰੀ ਹੈ। ਅਗਰ ਕੋਈ ਚੀਜ਼ ਖਰੀਦੇਗਾ ਤੇ ਪੈਸੇ ਭਰੇਗਾ, ਅਗਰ ਕੋਈ ਚੀਜ਼ ਖਰੀਦ ਨਹੀਂ ਰਿਹਾ ਤੇ ਉਹ ਬਿਲਕੁਲ ਮੁਫਤ ਹੈ। ਇਸੇ ਤਰ੍ਹਾਂ ਇੱਕ ਕਮਰੇ ਦੀ ਟਾਇਲ ਬੌਂਡ ਫੈਕਟਰੀ, ਇੱਕ ਕਮਰੇ ਦੀ ਚਾਹ ਪੱਤੀ ਦੀ ਫੈਕਟਰੀ, ਇੱਕ ਕਮਰੇ ਦੀ ਨਿੰਮਕੋ ਦੀ ਫੈਕਟਰੀ, ਇੱਕ ਕਮਰੇ ਦੀ ਸਲਾਂਟੀ ਪਾਪੜ ਦੀ ਫੈਕਟਰੀ, ਇੱਕ ਕਮਰੇ ਦੀ ਬਿਊਟੀ ਕਰੀਮ ਜਾਂ ਲੋਸ਼ਨਸ ਦੀ ਫੈਕਟਰੀ, ਇੱਕ ਕਮਰੇ ਦੀ ਫਿਨਾਇਲ ਫੈਕਟਰੀ, ਇੱਕ ਕਮਰੇ ਦੀ ਬਗੈਰ ਮਸ਼ੀਨਾਂ ਤੋਂ ਟਫ ਟਾਇਲ ਲਾਉਣ ਦੀ ਫੈਕਟਰੀ, ਕੱਪੜੇ ਦੇ ਉੱਤੋਂ ਟਿਸ਼ੂ ਬਾਕਸ ਬਣਾਉਣ ਦੀ ਫੈਕਟਰੀ, ਇੱਕ ਕਮਰੇ ਦੀ ਛੋਟੀ ਆਇਲ ਮਿਲ, ਇੱਕ ਕਮਰੇ ਦੀ ਵਾਸ਼ਿੰਗ ਪਾਊਡਰ ਫੈਕਟਰੀ, ਇੱਕ ਕਮਰੇ ਦੀ ਚਨਾ ਪੈਕਿੰਗ ਫੈਕਟਰੀ, ਇੱਕ ਕਮਰੇ ਦੀ ਮਿਰਚ ਮਸਾਲਾ ਜਾਤ ਦੀ ਫੈਕਟਰੀ, ਇੱਕ ਕਮਰੇ ਦੀ ਜੁੱਤੀਆਂ ਬਣਾਉਣ ਦੀ ਫੈਕਟਰੀ, ਵੰਡਾ ਬਣਾਉਣ ਦੀ ਫੈਕਟਰੀ, ਸਾਬਣ ਬਣਾਉਣ ਦੀ ਫੈਕਟਰੀ, ਸ਼ੈਂਪੂ ਬਣਾਉਣ ਦੀ ਫੈਕਟਰੀ, ਔਰ ਬਹੁਤ ਸਾਰੀਆਂ ਚੀਜ਼ਾਂ। ਇਹ ਉਹ ਨੇ ਜਿਹੜੀਆਂ ਯਾਨੀ ਡੇਲੀ ਬੇਸਿਸ ਤੇ ਜਾਂ ਰੋਜ਼ਮਰਾ ਤੇ ਅਸੀਂ ਚੀਜ਼ਾਂ ਨੂੰ ਜਿਹੜਾ ਨਾ ਕਰ ਰਹੇ ਹੁੰਦੇ ਹਾਂ। ਕਿਸੇ ਵੀ ਸ਼ਖਸ ਨੇ ਇੱਕ ਕਮਰੇ ਦੀ ਫੈਕਟਰੀ ਲਾਣੀ ਹੈ ਤੇ ਬਿਜ਼ਨਸ ਟਾਕਸ ਇੱਕ ਐਸਾ ਪਲੇਟਫਾਰਮ ਹੈ ਕਿ ਇਹਦੀ ਨਾ ਸਿਰਫ ਇਹ ਕਿ ਰਜਿਸਟ੍ਰੇਸ਼ਨ ਦੀ ਸਹੂਲਤ ਦਿੰਦੇ ਕਰਵਾ ਕੇ ਦੇਈਦੀ ਹੈ, ਪੈਕਿੰਗ ਮਟੀਰੀਅਲ, ਰਾ ਮਟੀਰੀਅਲ, ਮਸ਼ੀਨਰੀ, ਚਲਾਉਣ ਦਾ ਤਰੀਕਾ, ਬਣਾਉਣ ਦਾ ਤਰੀਕਾ, ਵੇਚਣ ਦਾ ਤਰੀਕਾ, ਇਹ ਸਾਰੀਆਂ ਸਹੂਲਤਾਂ ਬਿਜ਼ਨਸ ਟਾਕਸ ਦਫ਼ਤਰਾਂ 'ਤੇ ਮੌਜੂਦ ਨੇ। ਨਾ ਸਿਰਫ ਇਹ ਕਿ ਇਹ ਸਹੂਲਤਾਂ ਮੌਜੂਦ ਨੇ, ਅਗਰ ਕੱਲ ਕਲਾ ਨੂੰ ਤੁਹਾਨੂੰ ਲੱਗਦਾ ਹੈ ਕਿ ਯਾਰ ਅਸੀਂ ਸੇਲਸ ਦੇ ਵਿੱਚ ਮਾੜੇ ਹਾਂ, ਸਾਡੇ ਕੋਲੋਂ ਕੋਈ ਚੀਜ਼ ਵਿਕਦੀ ਨਹੀਂ ਪਈ, ਤਾਂ ਤੁਸੀਂ ਇਹ ਸਹੂਲਤ ਵੀ ਸਾਡੇ ਕੋਲੋਂ ਲੈ ਸਕਦੇ ਹੋ ਕਿ ਯਾਰ ਸਾਨੂੰ ਕੋਈ ਬੰਦਾ ਦਿਓ ਜਿਹੜਾ ਸਾਨੂੰ ਵੇਚਣਾ ਸਾਡੇ ਘਰ ਸਿਖਾਏ। ਅਸੀਂ ਉਸ ਬੰਦੇ ਦੀ ਤਨਖਾਹ ਉਸ ਬੰਦੇ ਦੇ ਜ਼ਿੰਮੇ, ਸਾਡਾ ਬੰਦਾ ਜਾਏਗਾ 1 ਮਹੀਨਾ ਉਹਨਾਂ ਦੇ ਨਾਲ ਲਾਏਗਾ, 40 ਤੋਂ 50 ਦੁਕਾਨਾਂ ਦੇ ਉੱਤੇ ਉਹਦੇ ਮਾਲ ਦੀ ਸਰਕੂਲੇਸ਼ਨ ਬਣਾ ਕੇ ਦੇਗਾ। ਯਾਨੀ ਉਹ ਬੰਦੇ ਜਿਹੜੇ ਕਹਿੰਦੇ ਕਿ ਦੁਕਾਨਦਾਰ ਸਾਡਾ ਮਾਲ ਨਹੀਂ ਰੱਖਦੇ, ਉਹ ਬੰਦਾ ਉਹਨੂੰ ਦੁਕਾਨਾਂ ਤੇ ਮਾਲ ਰੱਖਣਾ ਸਿਖਾਏਗਾ, 40 ਤੋਂ 50 ਦੁਕਾਨ ਲਾ ਕੇ ਦੇਗਾ। ਇਹ ਮੈਨੂੰ ਦੱਸੋ, ਇਹ ਉਹ ਸਹੂਲਤ ਹੈ ਅਲਹਮਦੁਲਿਲਾ ਜਿਹੜੀ ਪੂਰੇ ਪਾਕਿਸਤਾਨ ਦੇ ਵਿੱਚ ਕੋਈ ਨਹੀਂ ਦਿੰਦਾ। ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜੀ ਅਸੀਂ ਆ ਨਹੀਂ ਸਕਦੇ, ਜਾਂ ਖਵਾਤੀਨ ਨੇ ਜਾਂ ਬਜ਼ੁਰਗ ਨੇ ਜਾਂ ਕਿਸੇ ਵੀ ਵਜ੍ਹਾ ਤੋਂ ਟਰੈਵਲ ਨਹੀਂ ਕਰ ਸਕਦੇ, ਜਾਂ ਜਿਹੜੇ ਕਹਿੰਦੇ ਨੇ ਸਾਨੂੰ ਤੁਹਾਡੇ ਤੇ ਟਰਸਟ ਹੀ ਬੜਾ ਹੈ, ਤੁਸੀਂ ਸਾਨੂੰ ਇੱਕ ਮਾਈਕਰੋ ਫੈਕਟਰੀ ਲਾ ਦਿਓ, ਪਹੁੰਚਾ ਦਿਓ। ਅਸੀਂ ਇਹ ਕਹਿੰਦੇ ਵਾਂ ਕਿ ਤੁਸੀਂ ਇੱਥੇ ਟ੍ਰੇਨਿੰਗ ਨਹੀਂ ਹਾਸਲ ਕਰ ਸਕਦੇ, ਸਾਡੇ ਸੈਂਟਰਾਂ 'ਤੇ ਨਹੀਂ ਆ ਸਕਦੇ, ਜਿੱਥੇ ਮੌਜੂਦ ਹੋ ਤੁਸੀਂ ਮਾਈਕਰੋ ਫੈਕਟਰੀ ਲਾਓ, ਸਾਡੇ ਬੰਦੇ ਉੱਥੇ ਆ ਕੇ ਤੁਹਾਨੂੰ ਟ੍ਰੇਨਿੰਗ ਦੇ ਦੇਣਗੇ। ਔਰ ਸਾਡਾ ਜਿਹੜਾ ਕੰਪਲੇਨ ਸੈਲ ਡਿਪਾਰਟਮੈਂਟ ਹੈ, ਜਿਹਦੇ ਵਿੱਚ ਇੱਕ ਲਾਇਰ ਨੇ, ਮਕੈਨੀਕਲ ਦੇ ਬੰਦੇ ਨੇ, ਇਲੈਕਟ੍ਰੀਕਲ ਦੇ ਬੰਦੇ ਨੇ, ਟ੍ਰੇਨਿੰਗ ਦੇ ਬੰਦੇ ਨੇ, ਪ੍ਰੋਸੈਸ ਦੇ ਬੰਦੇ ਨੇ, ਜਿਹੜੀ ਚੀਜ਼ ਤੋਂ ਮੁਤਲਕਾ ਕੰਪਲੇਨ ਹੁੰਦੀ 48 ਘੰਟਿਆਂ ਦੇ ਵਿੱਚ ਕੰਪਲੇਨ ਸੋਲੂਸ਼ਨ ਦੇਣੇ ਨੇ। ਔਰ ਇਹਦੇ ਕੋਈ ਯਾਨੀ ਚਾਰजेस ਨਹੀਂ ਨੇ, ਬਸ ਆਉਣ ਜਾਣ ਦਾ ਕਿਰਾਇਆ ਪੇ ਕਰਨਾ ਨੇ, ਸਾਡਾ ਬੰਦਾ ਉੱਥੇ ਪਹੁੰਚੇਗਾ ਔਰ ਪ੍ਰੋਬਲਮ ਸੋਲਵ ਕਰਕੇ ਵਾਪਸ ਆ ਜਾਏਗਾ। ਅਸੀਂ ਇਸ ਟਾਈਮ ਤੱਕ ਪਿਛਲੇ 4 ਸਾਲਾਂ ਦੇ ਵਿੱਚ 469 ਕੰਪਲੇਨਸ ਜਿਹੜੀਆਂ ਨੇ ਉਹ ਰਜਿਸਟਰ ਕਰ ਚੁੱਕੇ ਹਾਂ ਔਰ ਉਹਨਾਂ ਦੇ ਉੱਤੇ ਅਮਲੀ ਇਕਦਾਮਾਤ ਕਰ ਚੁੱਕੇ ਹਾਂ ਤਾਂ ਕਿ ਲੋਕਾਂ ਦੀਆਂ ਪਰੇਸ਼ਾਨੀਆਂ ਜਾਂ ਮਸਾਇਲ ਜਿਹੜੇ ਨੇ ਉਹ ਖਤਮ ਕੀਤੇ ਜਾ ਸਕਣ। ਇਸ ਟਾਈਮ ਤੱਕ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਬਿਜ਼ਨਸ ਟਾਕਸ ਟ੍ਰੇਨਿੰਗ ਸੈਂਟਰਸ ਬਣ ਚੁੱਕੇ ਨੇ, ਹੁਣ ਤੱਕ ਪਿਛਲੇ 4 ਸਾਲਾਂ ਦੇ ਵਿੱਚ 10 ਸ਼ਹਿਰਾਂ ਦੇ ਵਿੱਚ ਅਲਹਮਦੁਲਿਲਾ ਬਿਜ਼ਨਸ ਟਾਕਸ ਟ੍ਰੇਨਿੰਗ ਸੈਂਟਰਸ ਬਣ ਚੁੱਕੇ ਨੇ। ਔਰ ਐਸੇ ਦੂਰ ਦਰਾਜ਼ ਇਲਾਕਿਆਂ 'ਚ ਵੀ ਨੇ ਜਿੱਥੇ ਯਾਨੀ ਐਕਸੈਸ ਬਹੁਤ ਮੁਸ਼ਕਿਲ ਹੋ ਜਾਂਦੀ ਲੋਕਾਂ ਦਾ ਇੱਥੇ ਪਹੁੰਚਣਾ, ਜਿਵੇਂ ਕਿ ਬਾਜੋੜ ਦੇ ਵਿੱਚ ਸਾਡਾ ਬਿਜ਼ਨਸ ਟਾਕਸ ਬਾਜੋੜ ਸੈਂਟਰ ਹੈ, ਬਿਜ਼ਨਸ ਟਾਕਸ ਪਿਸ਼ਾਵਰ ਸੈਂਟਰ, ਰਾਵਲਪਿੰਡੀ, ਲਾਹੌਰ, ਸਾਹੀਵਾਲ, ਵਿਹਾੜੀ, ਖਾਨੇਵਾਲ, ਮੁਲਤਾਨ ਔਰ ਕਰਾਚੀ, ਇਹਨਾਂ ਸ਼ਹਿਰਾਂ ਦੇ ਵਿੱਚ ਬਿਜ਼ਨਸ ਟਾਕਸ ਦੇ ਸੈਂਟਰ ਬਣ ਚੁੱਕੇ ਨੇ ਜਿੱਥੇ ਟ੍ਰੇਨਿੰਗ ਹਾਸਿਲ ਕੀਤੀ ਜਾ ਸਕਦੀ ਹੈ। ਹਰ ਇਤਵਾਰ ਨੂੰ ਟ੍ਰੇਨਿੰਗਸ ਹੁੰਦੀਆਂ ਨੇ ਮੁਖਤਲਿਫ ਸ਼ਹਿਰਾਂ ਦੇ ਵਿੱਚ, ਮੁਖਤਲਿਫ ਛੋਟੇ ਕਾਰੋਬਾਰਾਂ ਦੇ ਉੱਤੇ ਜਿਹੜਾ ਟ੍ਰੇਨਿੰਗਸ ਦਿੱਤੀਆਂ ਜਾਂਦੀਆਂ। ਨਾ ਸਿਰਫ ਇਹ ਕਿ ਡਿਮੋਨਸਟ੍ਰੇਸ਼ਨ ਬਲਕਿ ਸੇਲਸ ਔਰ ਮਾਰਕੀਟਿੰਗ ਦੇ ਉੱਤੇ ਜਿਹੜੀ ਹੈ ਉਹ ਅੱਛੀਆਂ ਖਾਸੀਆਂ ਭਰਪੂਰ ਲੈਕਚਰਸ ਔਰ ਕਲਾਸਿਸ ਹੁੰਦੀਆਂ ਨੇ।